हाँ जी प्यारे साथियों, सत श्री अकाल साਰਿਆਂ ਨੂੰ। ਸਵਾਗਤ ਹੈ ਅੱਜ ਦੀ ਕਲਾਸ ਦੇ ਵਿੱਚ ਤੁਹਾਡਾ ਸਭ ਦਾ ਬਹੁਤ-ਬਹੁਤ। ਤੇ ਸੀਡੀਪੀ ਦੀ ਕਲਾਸ ਦੇ ਵਿੱਚ ਆਪਾਂ ਇੰਟੈਲੀਜੈਂਸ ਥਿਊਰੀ ਸਟਾਰਟ ਕੀਤੀਆਂ ਸੀ, ਜਿਹਦੇ ਵਿੱਚ ਅੱਜ ਆਪਾਂ ਸਪੈਸ਼ਲੀ ਹਾਵਰਡ ਗਾਰਡਨਰ ਦੀ ਜਿਹੜੀ ਮਲਟੀਪਲ ਇੰਟੈਲੀਜੈਂਸ ਥਿਊਰੀ ਹੈ ਇਹ ਆਪਾਂ ਕਰਨੀ ਆ। ਇਸ ਤੋਂ ਪਹਿਲਾਂ ਇੱਕ ਛੋਟੀ ਜੀ ਥਿਊਰੀ ਆ ਆਰਬੀ ਕੈਟਲ ਦੀ, ਠੀਕ ਆ। ਇਹਦੀ ਥਿਊਰੀ ਦਾ ਨਾਮ ਹੈਗਾ ਸੀ ਫਲੂਇਡ ਕ੍ਰਾਈਸਟਾਲਡ ਇੰਟੈਲੀਜੈਂਸ ਥਿਊਰੀ, ਤਰਲ ਅਤੇ ਠੋਸ ਬੁੱਧੀ ਦਾ ਸਿਧਾਂਤ। ਇਹਦੇ ਕੰਟਰੀਬਿਊਸ਼ਨ ਕੌਣ ਹੈਗੇ ਆ, ਮਤਲਬ ਜਿਹੜੇ ਇਹਦੇ ਨਾਲ ਇਹਦੇ ਫੇਵਰ ਦੇ ਵਿੱਚ ਸੀਗੇ, ਜੌਨ ਹਾਰਨ, ਠੀਕ ਹੈ। ਇਹ ਕੌਣ ਸੀ? ਕੈਟਲ ਸਟੂਡੈਂਟ, ਮਤਲਬ ਇਹਦਾ ਸਟੂਡੈਂਟ ਸੀ, ਆਰਬੀ ਕੈਟਲ ਦਾ ਸਟੂਡੈਂਟ ਸੀ ਕੌਣ? ਜੌਨ ਹਾਰਨ, ਠੀਕ ਆ। ਕਹਿੰਦੇ ਉਸ ਦੇ ਅਨੁਸਾਰ ਬੁੱਧੀ ਦੀ ਤਰਲ ਯੋਗਤਾ ਜੱਦੀ ਕਾਰਕਾਂ ਤੇ ਨਿਰਭਰ ਕਰਦੀ ਹੈ, ਤੇ ਜਦੋਂ ਕਿ ਠੋਸ ਯੋਗਤਾ ਤੇ ਅਰਜਿਤ ਕਾਰਕਾਂ ਤੇ ਨਿਰਭਰ ਕਰਦੀ ਹੈ। ਮਤਲਬ ਕਿ ਜਿਹੜਾ ਆਰਬੀ ਕੈਟਲ ਸੀ ਉਹ ਕਹਿੰਦਾ ਫਲੂਇਡ ਇੰਟੈਲੀਜੈਂਸ, ਮਤਲਬ ਜਿਹੜੀ ਤਰਲ ਬੁੱਧੀ ਸੀ ਉਹ ਜਨਮਜਾਤ ਹੁੰਦੀ ਆ, ਇਨਸ਼ੇਟ ਹੁੰਦੀ ਆ। ਜਿਹੜੀ ਕ੍ਰਾਈਸਟਾਲਡ ਇੰਟੈਲੀਜੈਂਸ ਆ ਉਹ ਅਰਜਿਤ ਕੀਤੀ ਜਾਂਦੀ ਆ, ਇਕਵਾਇਰ ਕੀਤੀ ਜਾਂਦੀ ਆ। ਬਸ ਇੰਨਾ, ਬਸ ਤੁਸੀਂ ਇਹ ਯਾਦ ਰੱਖਣਾ ਕਿ ਆਰਬੀ ਕੈਟਲ ਦੀ ਥਿਊਰੀ ਕਿਹੜੀ ਸੀ? ਫਲੂਇਡ ਐਂਡ ਕ੍ਰਾਈਸਟਾਲਡ ਇੰਟੈਲੀਜੈਂਸ ਥਿਊਰੀ, ਜੀ ਤਰਲ ਜਾਂ ਠੋਸ ਬੁੱਧੀ ਦਾ ਸਿਧਾਂਤ, ਠੀਕ ਆ। ਤਰਲ ਕਿਹੜੀ ਸੀਗੀ? ਜਨਮਜਾਤ, ਤੇ ਠੋਸ ਕਿਹੜੀ ਸੀਗੀ? ਜਿਹੜੀ ਇਕਵਾਇਰ ਕੀਤੀ ਜਾਂਦੀ, ਜਿਹੜੀ ਅਰਜਿਤ ਕੀਤੀ ਜਾਂਦੀ। ਬਸ ਇਹੀ ਯਾਦ ਰੱਖਣਾ। ਇਹ ਛੋਟੀ ਜੀ ਥਿਊਰੀ ਸੀ। ਤੇ ਹੁਣ ਆਪਾਂ ਚੱਲਦੇ ਹਾਂ ਹਾਵਰਡ ਗਾਰਡਨਰ ਦੀ ਥਿਊਰੀ, ਮਲਟੀਪਲ ਇੰਟੈਲੀਜੈਂਸ ਥਿਊਰੀ। ਇਹਨੂੰ ਮਲਟੀ ਡਿਮੈਂਸ਼ਨਲ ਥਿਊਰੀ ਵੀ ਕਿਹਾ ਜਾਂਦਾ ਵਾ। ਨਾਮ ਜ਼ਰੂਰ ਯਾਦ ਰੱਖਿਆ ਕਰੋ, ਕਿਉਂਕਿ ਇੱਕ ਹੀ ਥਿਊਰੀ ਦੇ ਕਈ ਨਾਮ ਹੁੰਦੇ ਆ। ਇਹ ਜਿਹੜੀ ਚੀਜ਼ ਆ ਮੋਸਟ ਇੰਪੋਰਟੈਂਟ ਆ, ਮਲਟੀ ਡਿਮੈਂਸ਼ਨਲ ਥਿਊਰੀ। ਕਿਹਦੀ? ਹਾਵਰਡ ਗਾਰਡਨਰ ਦੀ। ਅਮਰੀਕਨ ਸਾਈਕੋਲੋਜਿਸਟ ਸੀਗਾ ਇਹ। ਕਹਿੰਦੇ 1983 ਈਸਵੀ ਵਿੱਚ ਇੱਕ ਅਮਰੀਕੀ ਵਿਕਾਸਾਤਮਕ ਮਨੋਵਿਗਿਆਨੀ ਹਾਵਰਡ ਗਾਰਡਨਰ ਨੇ ਆਪਣੀ ਕਿਤਾਬ ਫਰੋਮਜ਼ ਆਫ ਮਾਈਂਡ, ਬੁੱਕ ਦਾ ਨਾਮ ਜ਼ਰੂਰ ਯਾਦ ਰੱਖਿਓ, ਫਰੋਮਜ਼ ਆਫ ਮਾਈਂਡ ਦੁਆਰਾ 7 ਕਿਸਮਾਂ ਦੀ ਬੁੱਧੀ ਦਾ ਵਰਣਨ ਕੀਤਾ ਗਿਆ। ਪਹਿਲਾਂ ਆਪਾਂ 7 ਤਰ੍ਹਾਂ ਦੀ ਬੁੱਧੀ ਪੜਾਂਗੇ ਜਿਹੜੀ ਇਹਨੇ ਦਿੱਤੀ, ਉਸ ਤੋਂ ਬਾਅਦ 2 ਹੋਰ ਐਡ ਹੁੰਦੀਆਂ ਵਾ, ਠੀਕ ਹੈ। 9 ਆ ਟੋਟਲ, ਪਰ 2 ਜਿਹੜੀਆਂ ਬਾਅਦ ਵਿੱਚ ਐਡ ਹੁੰਦੀਆਂ ਉਹ ਵੀ ਆਪਾਂ ਕਰਾਂਗੇ। ਸਭ ਤੋਂ ਪਹਿਲਾਂ ਵੇਖੋ ਜਿਹੜੀਆਂ 7 ਟਾਈਪਸ ਆਫ ਇੰਟੈਲੀਜੈਂਸ ਜਿਹੜੀਆਂ ਇਹਨੇ ਫਰੋਮਜ਼ ਆਫ ਮਾਈਂਡ ਦੇ ਵਿੱਚ ਦਿੱਤੀਆਂ ਸੀਗੀਆਂ, ਠੀਕ ਹੈ। ਇੱਕ ਲਿੰਗੁਇਸਟਿਕਲ ਬੁੱਧੀ ਸੀ, ਮਿਊਜ਼ੀਕਲ ਸੀਗਾ, ਲੌਜੀਕਲ ਮੈਥਮੈਟਿਕਸ ਸੀਗਾ, ਸਪੈਚੁਅਲ ਸੀਗਾ, ਬੋਡੀ ਕਾਈਨੈਥਿਕ ਸੀਗਾ, ਇੰਟਰਪਰਸਨਲ ਸੀਗਾ, ਇੰਟਰਾਪਰਸਨਲ ਸੀਗਾ। ਤੇ ਆਪਾਂ ਸਭ ਤੋਂ ਪਹਿਲਾਂ ਜਾਣਦੇ ਹਾਂ ਭਾਸ਼ਾਈ ਬੁੱਧੀ ਕਿਹੜੀ? ਲਿੰਗੁਇਸਟਿਕਲ, ਠੀਕ ਹੈ। ਸ਼ਬਦਾਂ ਅਤੇ ਭਾਸ਼ਾ ਦਾ ਪ੍ਰਯੋਗ ਕਰਨ ਦੀ ਯੋਗਤਾ। ਤੁਸੀਂ ਦੇਖਿਆ ਹੋਊਗਾ ਕਈ ਬੰਦਿਆਂ ਦੇ ਕੋਲ ਨਾ ਕਿਸੇ ਵੀ ਗੱਲ ਨੂੰ ਕਿਸੇ ਦੇ ਸਾਹਮਣੇ ਰੱਖਣ ਦੇ ਵਿੱਚ ਬਹੁਤ ਸੋਹਣੇ ਸ਼ਬਦ ਹੁੰਦੇ ਆ, ਮਤਲਬ ਉਹ ਆਪਣੇ ਕਈ ਹੋਈ ਗੱਲ ਨੂੰ ਬਹੁਤ ਸੋਹਣੇ ਸ਼ਬਦਾਂ ਦੇ ਨਾਲ ਬਿਆਨ ਕਰ ਦਿੰਦੇ ਆ। ਤੇ ਪਰ ਕਈਆਂ ਨੂੰ ਅੰਦਰੋਂ ਸਾਰਾ ਕੁਝ ਪਤਾ ਹੁੰਦਾ, ਤੇ ਆਪਾਂ ਜਿੱਦਾਂ ਕਹਿਣ ਦਿੰਦੇ ਵੀ ਮੈਨੂੰ ਬਿਆਨ ਕਰਨਾ ਨਹੀਂ ਆਉਂਦਾ, ਹਨਾ, ਜਾਂ ਮੈਨੂੰ ਕਹਿਣਾ ਨਹੀਂ ਆਉਂਦਾ। ਤੇ ਕਈਆਂ ਨੂੰ ਹਰ ਗੱਲ ਬੜੇ ਸੋਹਣੇ ਢੰਗ ਨਾਲ ਕਹਿਣੀ ਆਉਂਦੀ ਹੁੰਦੀ ਆ, ਉਹਨਾਂ ਦੇ ਵਿੱਚ ਹੁੰਦੀ ਆ ਲਿੰਗੁਇਸਟਿਕਲ ਬੁੱਧੀ। ਹੁਣ ਇਹ ਕਿਹਦੇ ਵਿੱਚ ਹੋਊਗੀ? ਜ਼ਿਆਦਾਤਰ ਆਹੀ ਚੀਜ਼ਾਂ ਪੁੱਛੀਆਂ ਜਾਂਦੀਆਂ ਹੁੰਦੀਆਂ। ਕਿਹਦੇ ਵਿੱਚ ਹੋਊਗੀ? ਪੋਇਟ ਜਿਹੜੇ ਕਵੀ ਹੁੰਦੇ ਆ, ਜਰਨਲਿਸਟ ਪੱਤਰਕਾਰ ਜਿਹੜੇ ਹੁੰਦੇ ਆ, ਹਨਾ, ਰਾਈਟਰ ਹੋ ਗਏ, ਲਿਖਾਰੀ ਹੋ ਗਏ, ਜਿਹੜੇ ਲਾਇਰ ਹੋ ਗਏ, ਵਕੀਲ ਹੋ ਗਏ। ਹੁਣ ਵਕੀਲ ਵੀ ਤਾਂ ਕਿੱਦਾਂ ਉੱਥੇ ਅਦਾਲਤ ਦੇ ਵਿੱਚ ਕਿੰਨੇ ਸੋਹਣੇ ਸ਼ਬਦਾਂ ਦੇ ਨਾਲ ਫੈਸਲੇ ਕਰਵਾ ਦਿੰਦੇ, ਸ਼ਬਦਾਂ ਨੂੰ ਵਰਤ ਕੇ, ਹਨਾ। ਪੋਲੀਟੀਸ਼ੀਅਨ ਸਿਆਸਤਦਾਨ ਹੋ ਗਏ, ਟਰਾਂਸਲੇਟਰ ਅਨੁਵਾਦਕ ਹੋ ਗਏ। ਇਹਨਾਂ ਦੇ ਵਿੱਚ ਕਿਹੜੀ ਹੁੰਦੀ ਆ? ਲਿੰਗੁਇਸਟਿਕਲ ਬੁੱਧੀ ਹੁੰਦੀ ਆ। ਵਰਡ ਸਮਾਰਟ ਹੁੰਦੀ ਆ, ਵਰਡ ਸਮਾਰਟ ਹੁੰਦੇ ਆ, ਠੀਕ ਹੈ। ਉਸ ਤੋਂ ਬਾਅਦ ਆ ਗਈ ਸਾਡੀ ਮਿਊਜ਼ੀਕਲ, ਸੰਗੀਤਕ ਬੁੱਧੀ। ਸੰਗੀਤਕ ਬੁੱਧੀ ਵਾਲੇ ਕਿਹਦੇ ਵਿੱਚ ਸਮਾਰਟ ਹੋਣਗੇ? ਸਾਊਂਡ ਸਮਾਰਟ। ਲਿੰਗੁਇਸਟਿਕਲ ਬੁੱਧੀ ਵਾਲੇ ਕਿਹੜੇ ਸੀਗੇ? ਵਰਡ ਸਮਾਰਟ। ਤੇ ਇਹ ਕਿਹੜੇ ਆ ਗਏ? ਸਾਊਂਡ ਸਮਾਰਟ। ਸੰਗੀਤ ਬਣਾਉਣ ਅਤੇ ਪ੍ਰਸ਼ੰਸਾ ਕਰਨ ਦੀ ਯੋਗਤਾ, ਮਤਲਬ ਕਿ ਇਹਦੇ ਵਿੱਚ ਕੀ ਆ ਜਾਣਗੇ? ਸਿੰਗਰ ਆ ਜਾਣਗੇ, ਹਨਾ। ਤੁਸੀਂ ਦੇਖਿਆ ਕਈਆਂ ਦੇ ਕੋਲ ਨਾ ਵੈਸੇ ਹੀ, ਇੱਕ ਤਾਂ ਚਲੋ ਸਿੰਗਰ ਆਪਣੇ, ਹਨਾ, ਪ੍ਰੋਫੈਸ਼ਨਲੀ ਕਈ ਸਿੰਗਰ ਹੈਗੇ, ਪਰ ਵੈਸੇ ਵੀ ਉਦਾਂ ਤੁਸੀਂ ਲਾਈਫ 'ਚ ਦੇਖਿਆ ਹੋਊਗਾ ਕਈਆਂ ਦੀ ਆਵਾਜ਼ ਬੜੀ ਸੋਹਣੀ ਹੁੰਦੀ ਆ, ਹਨਾ। ਇਹ ਨਾ, ਜੇ ਤਾਂ ਤੁਸੀਂ ਇੰਸਟਾਗ੍ਰਾਮ ਯੂਜ਼ ਕਰਦੇ ਹੋ, ਹਨਾ, ਇੰਸਟਾਗ੍ਰਾਮ ਤੇ ਨਾ ਸ਼ਾਇਦ ਤੁਸੀਂ ਦੇਖੀ ਹੋ, ਸੁਣੀ ਵੀ ਹੋਊਗੀ, ਇੱਕ ਜੰਨਤ ਨਾਮ ਦੀ ਕੁੜੀ ਆ, ਪੰਜਾਬੀ ਕੁੜੀ ਆ ਜੰਨਤ, ਠੀਕ ਆ। ਤੇ ਉਹ ਕੁੜੀ ਦੀ ਏਜ ਵੀ ਹੋਊਗੀ ਮਸਾਂ 15-16 ਸਾਲਾਂ ਦੀ ਆ ਕੁੜੀ ਆ ਜੀ। ਉਹ ਇੰਨਾ ਕੁ ਸੋਹਣਾ ਗਾਉਂਦੀ ਆ, ਉਹ ਇੰਨਾ, ਮਤਲਬ ਪ੍ਰੋਫੈਸ਼ਨਲੀ ਵਿਚਾਰੀ ਉਹ ਜੇ ਸਿੰਗਰ ਨਹੀਂ ਬਣੀ। ਤੇ ਪਰ ਮਤਲਬ ਜੇ ਤੁਸੀਂ ਯੂਜ਼ ਕਰਦੇ ਹੋ, ਤੁਸੀਂ ਮੈਂ ਤੁਹਾਨੂੰ ਉਹਦੀ ID ਮੈਂਸ਼ਨ ਕਰ ਦੂੰਗੀ, ਤੁਸੀਂ ਜ਼ਰੂਰ ਦੇਖਿਓ। ਸਭ ਤੋਂ ਵੱਡੀ ਐਗਜ਼ਾਮਪਲ ਆ ਮਿਊਜ਼ੀਕਲ ਬੁੱਧੀ ਦੀ, ਇੰਨੀ ਘੈਂਟ ਆਵਾਜ਼ ਆ ਉਸ ਕੁੜੀ ਦੀ, ਠੀਕ ਹੈ। ਉਸ ਤੋਂ ਬਾਅਦ ਅੱਗੇ ਸਾਡੀ ਆ ਜਾਂਦੀ ਆ ਲੌਜੀਕਲ ਮੈਥਮੈਟਿਕਲ, ਤਾਰਕਿਕ ਗਣਿਤ, ਮਤਲਬ ਲੌਜੀਕਲ ਮੈਥਮੈਟਿਕਲ ਬੁੱਧੀ, ਹਨਾ। ਨੰਬਰ, ਰੀਜ਼ਨਿੰਗ ਸਮਾਰਟ। ਇਹ ਕਿਹਦੇ ਵਿੱਚ ਸਮਾਰਟ ਹੋਣਗੇ? ਨੰਬਰਿੰਗ ਕਰਨ ਦੇ ਵਿੱਚ, ਰੀਜ਼ਨਿੰਗ ਕਰਨ ਦੇ ਵਿੱਚ ਸਮਾਰਟ ਹੁੰਦੇ ਆ ਇਹ, ਠੀਕ ਹੈ। ਮਿਊਜ਼ੀਕਲ ਵਾਲੇ ਕਿਹਦੇ ਵਿੱਚ ਸਮਾਰਟ ਸੀ? ਸਾਊਂਡ ਦੇ ਵਿੱਚ। ਲਿੰਗੁਇਸਟਿਕਲ ਵਾਲੇ ਕਿਹਦੇ ਵਿੱਚ ਸਮਾਰਟ ਸੀ? ਵਰਡ ਦੇ ਵਿੱਚ।
ਤੇ ਲੌਜੀਕਲ ਮੈਥਮੈਟਿਕ ਵਾਲੇ ਕਿਹਦੇ ਵਿੱਚ ਸਮਾਰਟ ਹੋ ਕੇ ਨੰਬਰਾਂ ਦੇ ਵਿੱਚ, ਰੀਜ਼ਨਿੰਗ ਦੇ ਵਿੱਚ, ਕਾਰਨ, ਤਰਕ, ਸੰਖਿਆਵਾਂ ਦੀ ਵਰਤੋਂ ਕਰਨ ਦੀ ਯੋਗਤਾ ਜਿਨ੍ਹਾਂ ਵਿੱਚ ਹੁੰਦੀ ਆ। ਇਹੋ ਜਿਹੇ ਬੰਦੇ ਹਮੇਸ਼ਾ ਹੀ ਜਿਗਿਆਸੂ ਰਹਿੰਦੇ ਆ, ਹਮੇਸ਼ਾ ਹੀ ਕਿਉਰਿਓਸਿਟੀ ਬਣੀ ਰਹਿੰਦੀ ਇਹਨਾਂ ਦੇ ਵਿੱਚ। ਸਾਇੰਟਿਸਟ ਹੋ ਗਏ, ਕੰਪਿਊਟਰ ਪ੍ਰੋਗਰਾਮਰ ਹੋ ਗਏ, ਹਨਾ, ਰਿਸਰਚਰ ਹੋ ਗਏ, ਅਕਾਊਂਟੈਂਟ ਹੋ ਗਏ, ਅਕਾਊਂਟੈਂਟ ਹਨਾ, ਮੈਥਮੈਟੀਸ਼ੀਅਨ ਹੋ ਗਏ, ਇਹਨਾਂ ਦੇ ਵਿੱਚ ਹੁੰਦੀ ਆ ਲੌਜੀਕਲ ਮੈਥਮੈਟੀਕਲ ਬੁੱਧੀ। ਆ ਜ਼ਰੂਰ ਯਾਦ ਰੱਖਿਓ, ਕਿਉਂਕਿ ਹਾਵਰਡ ਗਾਰਡਨਰ ਦੀ ਥਿਊਰੀ ਦੇ ਵਿੱਚੋਂ ਜੇ ਕੋਈ ਪੁੱਛਿਆ ਜਾਊਗਾ ਸਟੇਟਮੈਂਟ ਦੇ ਕੇ ਨਾ ਕਿਸੇ ਵੀ ਵਿਅਕਤੀ ਬਾਰੇ, ਤਾਂ ਦੱਸਿਆ ਹੁੰਦਾ ਵਾ ਵੀ ਇਹਦੇ ਵਿੱਚ ਕਿਹੜੀ ਬੁੱਧੀ ਆ। ਇਦਾਂ ਦੇ ਕੁਐਸਚਨ ਆਉਂਦੇ ਹੁੰਦੇ ਆ, ਠੀਕ ਆ। ਉਸ ਤੋਂ ਬਾਅਦ ਸਾਡੀ ਅਗਲੀ ਆਦੀ ਸਪੈਸ਼ਲ ਸਥਾਨਿਕ ਬੁੱਧੀ। ਇਹ ਹੁੰਦੇ ਆ ਪਿਕਚਰ ਸਮਾਰਟ, ਠੀਕ ਆ। ਇਹ ਕਿਹੜੇ ਹੁੰਦੇ ਆ? ਪਿਕਚਰ ਸਮਾਰਟ ਹੁੰਦੇ ਆ। ਦ੍ਰਿਸ਼ ਨੂੰ ਸਮਝਣ ਦੀ ਯੋਗਤਾ। ਅਜਿਹੇ ਸਿੱਖਣ ਵਾਲੇ ਲੋਕ ਚਿੰਤਕਾਂ ਦੇ ਰੂਪ ਵਿੱਚ ਸੋਚਦੇ ਹਨ, ਚਿੰਤਕਾਂ ਨਹੀਂ ਸੌਰੀ ਚਿੰਨ੍ਹਾਂ ਦੇ ਰੂਪ ਵਿੱਚ, ਠੀਕ ਆ। ਸਪੈਲਿੰਗ ਗਲਤ ਹੋ ਗਏ, ਕੋਈ ਗੱਲ ਨਹੀਂ। ਚਿੰਨ੍ਹਾਂ ਦੇ ਰੂਪ ਵਿੱਚ ਜ਼ਿਆਦਾ ਸੋਚਦੇ ਆ ਇਹੋ ਜਿਹੇ ਲੋਕ, ਜਿਹੜਾ ਜਿਨ੍ਹਾਂ ਦੇ ਵਿੱਚ ਇਹ ਵਾਲੀ ਬੁੱਧੀ ਹੁੰਦੀ ਆ, ਠੀਕ ਆ। ਉਹਨਾਂ ਨੂੰ ਜਾਣਕਾਰੀ ਨੂੰ ਬਰਕਰਾਰ ਰੱਖਣ ਲਈ ਸਪਸ਼ਟ ਅਤੇ ਮਾਨਸਿਕ ਪ੍ਰਤੀਬਿੰਬਾਂ ਦੀ ਲੋੜ ਹੁੰਦੀ। ਪ੍ਰਤੀਬਿੰਬ ਕਹਿੰਦੇ ਕੋਈ ਚਿੰਨ੍ਹ ਹੁੰਦੇ, ਜਿਵੇਂ ਕਰਾਫਟਮੈਨ ਹੋ ਗਏ, ਵਿਜ਼ੂਅਲ ਆਰਟਿਸਟ ਹੋ ਗਏ, ਇਨਵੈਸਟੀਗੇਟਰਸ ਹੋ ਗਏ, ਆਰਕੀਟੈਕਚਰ ਹੋ ਗਏ, ਹਨਾ, ਇੰਟੀਰੀਅਰ ਡਿਜ਼ਾਈਨਰ ਹੋ ਗਏ, ਮਕੈਨਿਕ ਹੋ ਗਏ, ਇੰਜੀਨੀਅਰ ਹੋ ਗਏ, ਡਰਾਈਵਰ ਹੋ ਗਏ, ਹਨਾ, 에ਅਰਪਲੇਨ ਪਾਇਲਟ ਹੋ ਗਏ। ਇਹਨਾਂ ਸਾਰਿਆਂ ਦੇ ਵਿੱਚ ਹੁੰਦੀ ਆ ਸਥਾਨਿਕ ਬੁੱਧੀ, ਠੀਕ ਹੈ। ਜ਼ਰੂਰ ਯਾਦ ਰੱਖਿਓ ਇਹਨਾਂ ਸਾਰੇ ਪੁਆਇੰਟਸ ਨੂੰ। ਉਸ ਤੋਂ ਬਾਅਦ ਅਗਲੀ ਸਾਡੀ ਆ ਜਾਂਦੀ ਆ ਬੋਡੀਲੀ ਕਾਇਨੈਟਿਕ ਬੁੱਧੀ, ਸਰੀਰਕ ਗਤੀਆਤਮਕ ਬੁੱਧੀ ਜਿਹਨੂੰ ਅਸੀਂ ਕਹਿ ਦਿੰਨੇ ਆ ਬੋਡੀਲੀ ਕਾਇਨਥੈਟਿਕ ਬੁੱਧੀ। ਬੋਡੀ, ਇਹ ਬੋਡੀ ਸਮਾਰਟ ਹੋਣਗੇ, ਠੀਕ ਆ। ਕੋਈ ਸਾਊਂਡ ਸਮਾਰਟ ਆ, ਕੋਈ ਵਰਡ ਸਮਾਰਟ ਆ, ਤੇ ਕੋਈ ਬੋਡੀ ਸਮਾਰਟ ਆ, ਠੀਕ ਆ। ਸਰੀਰਕ ਹਲਚਲ ਅਤੇ ਵਸਤੂਆਂ ਨੂੰ ਕੁਸ਼ਲਤਾ ਨਾਲ ਪਕੜਨ ਦੀ ਸਮਰੱਥਾ। ਮਤਲਬ ਇਹ ਹੁਣ ਕਿਹਦੇ ਵਿੱਚ ਹੋਊਗੀ? ਜਿਹੜੇ ਐਥਲੀਟ ਹੁੰਦੇ ਆ ਉਹਨਾਂ ਦੇ ਵਿੱਚ। ਫਿਜ਼ੀਕਲ ਐਜੂਕੇਸ਼ਨ ਦਾ ਟੀਚਰ ਹੋ ਸਕਦਾ। ਮੈਂ ਤੁਹਾਨੂੰ ਇੱਕ ਵਾਰੀ ਦੱਸਦਾ, ਮੈਂ ਨਾ ਮਤਲਬ ਮੇਰਾ ਗ੍ਰੈਜੂਏਸ਼ਨ ਦੇ ਵਿੱਚ ਫਿਜ਼ੀਕਲ ਐਜੂਕੇਸ਼ਨ ਸਬਜੈਕਟ ਸੀਗਾ, ਤੇ ਮੈਂ 3 ਕੁ ਸਾਲ ਫਿਜ਼ੀਕਲ ਐਜੂਕੇਸ਼ਨ ਦਾ ਟੀਚਰ ਵੀ ਰਹੀ ਆ ਪ੍ਰਾਈਵੇਟ ਤੌਰ ਤੇ, ਠੀਕ ਹੈ। ਮੇਰੇ ਕੋਲ ਵਾਲੀਬਾਲ ਗੇਮ ਹੁੰਦੀ ਸੀ, ਮੈਂ ਛੱਡਿਆ ਕੋਈ ਨਹੀਂ ਕੰਮ ਬਸ, ਹਨਾ। ਉਸ ਤੋਂ ਬਾਅਦ ਡਾਂਸਰ ਹੋ ਗਏ, ਐਕਟਰ ਹੋ ਗਏ, ਫਾਇਰ ਬ੍ਰਿਗੇਡ ਹੋ ਗਏ, ਹਨਾ, ਤੇ ਆਰਟੀਸ਼ੀਅਨ ਹੋ ਗਏ। ਇਹਨਾਂ ਦੇ ਵਿੱਚ ਹੁੰਦੀ ਆ ਬੋਡੀ ਕਾਇਨਥੈਟਿਕ ਬੁੱਧੀ, ਸਰੀਰਕ ਗਤੀਆਤਮਕ ਬੁੱਧੀ, ਠੀਕ ਹੈ। ਤੇ ਇਹ ਪੜ੍ਹਨ ਤੋਂ ਬਾਅਦ ਨਾ, ਥਿਊਰੀ ਪੜ੍ਹਨ ਤੋਂ ਬਾਅਦ ਤੁਸੀਂ ਸਾਰਿਆਂ ਨੇ ਕਮੈਂਟ ਕਰਕੇ ਦੱਸਣਾ ਕਿ ਤੁਹਾਨੂੰ ਆਪਣੇ ਆਪ ਵਿੱਚ ਕਿਹੜਾ ਲੱਗਦਾ ਵੀ ਤੁਹਾਡੇ ਵਿੱਚ ਕਿਹੜੀ ਬੁੱਧੀ ਹੈ। ਮੇਰੇ ਬਾਰੇ ਵੀ ਦੱਸ ਸਕਦੇ ਹੋ, ਠੀਕ ਹੈ। ਉਸ ਤੋਂ ਬਾਅਦ ਇਹਦੇ ਨਾਲ ਤੇ ਤੁਹਾਡੇ ਨਾਲੇ ਇੰਟਰਸਟ ਬਣਿਆ ਰਹਿੰਦਾ ਕਲਾਸ ਦੇ ਵਿੱਚ, ਜਦੋਂ ਆਪਾਂ ਇੰਟਰੈਕਸ਼ਨ ਕਰਦੇ ਹਾਂ, ਹਨਾ। ਇੰਟਰਪਰਸਨਲ ਤੇ ਆ ਜਾਓ 6 ਨੰਬਰ ਤੇ। ਇੰਟਰਪਰਸਨਲ ਹੁੰਦੀ ਆ ਅੰਤਰ ਵਿਅਕਤੀਗਤ ਬੁੱਧੀ, ਠੀਕ ਹੈ। ਪੀਪਲ ਸਮਾਰਟ, ਪੀਪਲ ਸਮਾਰਟ, ਪੀਪਲ ਸਮਾਰਟ ਦਾ ਮਤਲਬ ਕਈਆਂ ਲੋਕਾਂ ਨੂੰ ਨਾ ਦੂਜਿਆਂ ਨੂੰ ਸਮਝਣ ਦੀ ਯੋਗਤਾ ਬੜੀ ਹੁੰਦੀ ਆ, ਦੂਜਿਆਂ ਨੂੰ ਸਮਝਣ ਅਤੇ ਸੰਬੰਧ ਸਥਾਪਿਤ ਕਰਨ ਦੀ ਪ੍ਰਤਿਭਾ, ਠੀਕ ਹੈ। ਮਤਲਬ ਕਈ ਹੁਣ ਆਪਣੇ ਸਾਹਮਣੇ ਕੋਈ ਬੰਦਾ ਜਿੱਦਾਂ ਦਾ ਮਰਜ਼ੀ ਆ, ਉਹ ਚੰਗਾ ਆ ਮਾੜਾ ਆ, ਆਪਾਂ ਨੂੰ ਸਮਝ ਨਹੀਂ ਆਉਂਦੀ, ਪਰ ਕਈ ਬੰਦੇ ਇਦਾਂ ਦੇ ਹੁੰਦੇ ਆ, ਅੱਖ ਆਪਾਂ ਕਹਿ ਨਹੀਂ ਦਿੰਦੇ ਵੀ ਅੱਖ ਦੇਖ ਕੇ ਬੰਦਾ ਪਛਾਣ ਲੈਣਾ, ਹਨਾ। ਤੇ ਕਈ ਦੂਜਿਆਂ ਨੂੰ ਬਹੁਤ ਆਸਾਨੀ ਦੇ ਨਾਲ ਸਮਝ ਲੈਂਦੇ, ਇੱਥੋਂ ਤੱਕ ਕਿ ਸੰਬੰਧ ਵੀ ਸਥਾਪਿਤ ਕਰ ਲੈਂਦੇ ਬਹੁਤ ਆਸਾਨੀ ਦੇ ਨਾਲ। ਕੰਸਲਟੈਂਟ ਹੋ ਗਏ, ਜਿਹੜੇ ਵੀਜ਼ਾ ਕੰਸਲਟੈਂਟ ਹੁੰਦੇ ਆ, ਉਹਨਾਂ ਦੀ ਐਗਜ਼ਾਮਪਲ ਲੈ ਲਓ। ਸਾਈਕੋਲੋਜਿਸਟ ਹੋ ਗਏ, ਹਨਾ, ਸੇਲਜ਼ਮੈਨ ਹੋ ਗਏ, ਹਨਾ। ਗਾਹਕ ਸੂਟਾਂ ਵਾਲੀ ਦੁਕਾਨ ਤੇ ਚੱਲ ਜਾਣ ਨਾ ਲੇਡੀਜ਼, ਤੇ ਉਹ ਵੇਖ ਕੇ ਹਿਸਾਬ ਲਾ ਲੈਂਦੇ ਆ ਵੀ ਇਹਨੇ ਸਸਤਾ ਸੂਟ ਲੈਣਾ ਕਿ ਮਹਿੰਗਾ ਲੈਣਾ ਵਾ, ਠੀਕ ਹੈ। ਗਾਹਕਾਂ ਨੂੰ ਵੇਖ ਕੇ ਉਹਨਾਂ ਵਿੱਚ ਹੁੰਦੀ ਆ ਇੰਟਰਪਰਸਨਲ, ਯਾਨੀ ਕਿ ਉਹ ਦੂਜਿਆਂ ਨੂੰ ਸਮਝ ਲੈਂਦੇ ਆ। ਪੋਲੀਟੀਸ਼ੀਅਨ ਹੋ ਗਏ, ਬਿਜ਼ਨਸਮੈਨ ਹੋ ਗਏ, ਇਹਨਾਂ ਦੇ ਵਿੱਚ ਹੁੰਦੀ ਆ ਇੰਟਰਪਰਸਨਲ ਇੰਟੈਲੀਜੈਂਸ, ਠੀਕ ਆ। ਉਸ ਤੋਂ ਬਾਅਦ ਆ ਜਾਂਦੀ ਹੈ ਸਾਡੀ ਇੰਟਰਾਪਰਸਨਲ। ਇੰਟਰਾਪਰਸਨਲ ਹੁੰਦੀ ਆ ਅੰਤਰਾ ਵਿਅਕਤੀਗਤ ਬੁੱਧੀ। ਇਹ ਹੁੰਦੇ ਆ ਸੈਲਫ ਸਮਾਰਟ। ਸੈਲਫ ਸਮਾਰਟ ਮਤਲਬ ਇਹ ਆਪਣੇ ਆਪ ਨੂੰ ਸਮਝਣ ਦੀ ਯੋਗਤਾ ਇਹਨਾਂ ਦੇ ਵਿੱਚ ਬਹੁਤ ਸੋਹਣੀ ਹੁੰਦੀ ਆ, ਹਨਾ। ਸਵੈ ਵਿਚਾਰ ਕਰਨਾ, ਕਿਸੇ ਦੀ ਅੰਤਰ ਸਥਿਤੀ ਨੂੰ ਸਮਝਣ ਦੀ ਯੋਗਤਾ। ਮਹਾਤਮਾ ਲੋਕ ਜਿਹੜੇ ਹੁੰਦੇ ਆ, ਉਹ ਸੰਤ ਮਹਾਤਮਾ, ਉਹ ਇੰਟਰਾਪਰਸਨਲ ਦੇ ਵਿੱਚ ਆਉਂਦੇ ਆ। ਫਿਲੋਸਫਰ ਇਹਦੇ ਵਿੱਚ ਆਉਂਦੇ ਆ, ਠੀਕ ਆ। ਤੇ ਉਸ ਤੋਂ ਬਾਅਦ ਦੇਖੋ, ਕਿਉਂਕਿ ਮੈਂ ਤੁਹਾਨੂੰ ਕਿਹਾ ਸੀ ਕਿ 7 ਬੁੱਧੀਆਂ ਇਹਨੇ ਪਹਿਲਾਂ ਦਿੱਤੀਆਂ, 2 ਇਹਨੇ ਬਾਅਦ ਵਿੱਚ ਐਡ ਕੀਤੀਆਂ। 1999 ਵਿੱਚ ਹਾਵਰਡ ਗਾਰਡਨਰ ਦੁਆਰਾ ਆਪਣੀ ਕਿਤਾਬ ਇੰਟੈਲੀਜੈਂਸ ਰਿਫਰਮਡ ਦੁਆਰਾ ਹੋਰ ਬੁੱਧੀਆਂ ਬਾਰੇ ਜਾਣਕਾਰੀ ਦਿੱਤੀ ਗਈ, ਯਾਨੀ ਕਿ ਇੱਕ ਜਿਹੜੀ ਪਹਿਲਾਂ ਬੁੱਕ ਆਪਾਂ ਕੀਤੀ ਉਹਦੇ ਵਿੱਚ 7 ਤਰ੍ਹਾਂ ਦੀਆਂ ਬੁੱਧੀਆਂ ਦਿੰਦਾ ਵਾ। ਜਿਹੜੀ ਇਹਨੇ 1999 ਵਿੱਚ ਬੁੱਕ ਪ੍ਰਕਾਸ਼ਿਤ ਕੀਤੀ ਇੰਟੈਲੀਜੈਂਸ ਰਿਫਰਮਡ, ਉਹਦੇ ਵਿੱਚ 2 ਬੁੱਧੀਆਂ ਹੋਰ ਐਡ ਕਰਦਾ। ਕਿਹੜੀ ਕਿਹੜੀ?
8ਵੀਂ ਆ ਜਾਂਦੀ ਹੈ ਨੇਚਰਲਿਸਟ ਪ੍ਰਕਿਰਤੀਵਾਦੀ। ਨੇਚਰ ਸਮਾਰਟ, ਇਹਦੇ ਵਿੱਚ ਸਾਡੇ ਫਾਰਮਰ ਆ ਜਾਂਦੇ, ਕਿਸਾਨ ਆ ਜਾਂਦੇ, ਫਲ ਬੂਟੇ ਲਾਉਣ ਵਾਲੇ, ਪਾਰਕਾਂ ਨੂੰ ਵੱਡੀਆਂ ਵੱਡੀਆਂ ਪਾਰਕਾਂ ਨੂੰ ਸੰਭਾਲਣ ਵਾਲੇ, ਉਹ ਹੁੰਦੇ ਆ ਨੇਚਰਲਿਸਟਿਕ ਪ੍ਰਕਿਰਤੀਵਾਦੀ ਇੰਟੈਲੀਜੈਂਸ। ਠੀਕ ਹੈ, ਉਹਨਾਂ ਦੇ ਵਿੱਚ ਹੁੰਦੀ ਆ ਨੇਚਰਲੀ ਸਮਾਰਟ ਹੁੰਦੇ ਆ ਉਹ। ਠੀਕ ਹੈ, ਉਸ ਤੋਂ ਬਾਅਦ ਆ ਗਈ ਐਕਸਟੈਂਟੀਅਲ ਅਸਤਿਤਵਵਾਦੀ ਬੁੱਧੀ। ਠੀਕ ਹੈ, ਲਾਈਫ ਸਮਾਰਟ ਹੁੰਦੇ ਆ ਇਹ, ਮਤਲਬ ਕਿ ਮਾਨਵ ਨੂੰ ਪਹਿਚਾਨਣ ਦੀ ਯੋਗਤਾ। ਮਨੁੱਖ ਨਹੀਂ ਆਊਗਾ, ਮਾਨਵ ਆਊਗਾ ਕਿ ਮਨੁੱਖ ਦਾ ਅਸਤਿਤਵ ਕੀ ਆ, ਮਾਨਵ ਜਾਤੀ ਦਾ, ਹਿਊਮਨ ਬੀਇੰਗ ਦਾ ਅਸਤਿਤਵ ਕੀ ਆ। ਇਹੋ ਜਿਹੀ ਯੋਗਤਾ ਜਿਨ੍ਹਾਂ ਦੇ ਵਿੱਚ ਹੁੰਦੀ ਆ ਉਹਨਾਂ ਨੂੰ ਅਸੀਂ ਕਹਿ ਦਿੰਦੇ ਆ ਲਾਈਫ ਸਮਾਰਟ ਇੰਟੈਲੀਜੈਂਸ। ਠੀਕ ਆ, ਉਸ ਤੋਂ ਬਾਅਦ 9 ਬੁੱਧੀਆਂ ਆਪਾਂ ਇਹਦੀਆਂ ਕਰ ਲਈਆਂ। ਉਸ ਤੋਂ ਬਾਅਦ ਕੁਝ ਐਜੂਕੇਸ਼ਨਲ ਇੰਪਲੀਕੇਸ਼ਨ ਆ ਇਸ ਬੁੱਧੀ ਦੇ, ਕਿਹੜੇ ਕਿਹੜੇ? ਇੱਕ ਤਾਂ ਵਿਅਕਤੀਗਤ ਅੰਤਰ ਨੂੰ ਮਹੱਤਵ ਦੇਣਾ ਚਾਹੀਦਾ। ਵਿਭੇਦਿਤ ਨਿਰਦੇਸ਼, ਮਤਲਬ ਇਹ ਕਿ ਹਰ ਇੱਕ ਵਿਅਕਤੀ ਦੇ ਵਿੱਚ ਡਿਫਰੈਂਟ ਬੁੱਧੀ ਹੁੰਦੀ ਆ। ਕੋਈ ਮਿਊਜ਼ਿਕ ਚ ਅੱਗੇ ਆ, ਕੋਈ ਗੇਮਾਂ ਚ ਅੱਗੇ ਆ, ਕੋਈ ਗਾਉਣ ਚ ਅੱਗੇ ਆ, ਕਿਸੇ ਤਰ੍ਹਾਂ ਵੀ। ਠੀਕ ਆ, ਜਮਾਤ ਕਮਰੇ ਵਿੱਚ ਮੁਲਾਂਕਣ ਵਿਧੀਆਂ ਦੀ ਵਰਤੋਂ ਕਰੋ। ਠੀਕ ਆ, ਕਿ ਜਮਾਤ ਦੇ ਵਿੱਚ ਜਿਹੜਾ ਵਾ ਐਵੈਲੂਏਸ਼ਨ ਕੀਤਾ ਜਾਣਾ ਚਾਹੀਦਾ ਵਾ ਬੱਚਿਆਂ ਤੇ, ਇਹਨਾਂ ਵਿਧੀਆਂ ਦਾ ਪ੍ਰਯੋਗ ਕਰਨਾ ਚਾਹੀਦਾ ਵਾ ਜਿਨ੍ਹਾਂ ਦੇ ਰਾਹੀਂ ਪਤਾ ਲਾਇਆ ਜਾ ਸਕੇ ਕਿ ਬੱਚੇ ਦੇ ਅੰਦਰ ਕਿਹੜੀ ਬੁੱਧੀ ਆ। ਹੁਣ ਇਹਦਾ ਨਾ ਆਲੋਚਨਾ ਹੁੰਦੀ ਆ, ਕ੍ਰਿਟਿਸਿਜ਼ਮ। ਇਸ ਥਿਊਰੀ ਦੀ ਆਲੋਚਨਾ ਹੋ ਜਾਂਦੀ ਹੈ ਐਂਡ ਤੇ, ਕਿਉਂ ਹੁੰਦੀ? ਆਪਾਂ ਕਾਰਨ ਪੜ੍ਹਦੇ ਹਾਂ। ਕਹਿੰਦੇ ਇਸ ਸਿਧਾਂਤ ਦੀ ਆਲੋਚਨਾ ਰਾਬਰਟ ਸਟਰਨਬਰਗ ਨੇ ਕੀਤੀ। ਮੋਸਟ ਇੰਪੋਰਟੈਂਟ। ਠੀਕ ਹੈ, ਮੈਨੂੰ ਹਾਈਲਾਈਟ ਨਹੀਂ ਕੀਤਾ, ਸੌਰੀ, ਮੈਂ ਭੁੱਲ ਗਈ ਹਾਈਲਾਈਟ ਕਰਨਾ। ਠੀਕ ਹੈ, ਕੋਈ ਗੱਲ ਨਹੀਂ, PDF ਤੁਹਾਨੂੰ ਹਾਈਲਾਈਟ ਕਰਕੇ ਇੱਥੋਂ ਮਿਲ ਜੂਗੀ। ਇਹਦੀ ਬਹੁਤ ਇੰਪੋਰਟੈਂਟ ਆ ਕਿ ਹਾਵਰਡ ਗਾਰਡਨਰ ਨੇ ਜਿਹੜੀ 9 ਤਰ੍ਹਾਂ ਦੀ ਮਲਟੀਪਲ ਇੰਟੈਲੀਜੈਂਸ ਥਿਊਰੀ ਦਿੱਤੀ ਜਾਂ ਮਲਟੀ ਡਾਇਮੈਂਸ਼ਨਲ ਥਿਊਰੀ ਦਿੱਤੀ, ਉਹਦਾ ਕ੍ਰਿਟਿਸਿਜ਼ਮ ਕਿਹਨੇ ਕੀਤਾ? ਰਾਬਰਟ ਸਟਰਨਬਰਗ ਨੇ ਕੀਤਾ ਸੀਗਾ। ਕਿਉਂਕਿ ਸਟਰਨਬਰਗ ਕਹਿੰਦਾ ਪ੍ਰਯੋਗਸ਼ਾਲਾ ਵਿੱਚ ਪ੍ਰੀਖਣ ਨਹੀਂ ਕੀਤਾ ਗਿਆ। ਮਤਲਬ ਕਿ ਹਾਵਰਡ ਗਾਰਡਨਰ ਨੇ 9 ਤਰ੍ਹਾਂ ਦੀ ਚੱਕ ਕੇ ਬੁੱਧੀ ਦੇਤੀ, ਕੋਈ ਟੈਸਟ ਤਾਂ ਨਹੀਂ ਕੀਤਾ, ਨਹੀਂ ਕੋਈ ਐਕਸਪੈਰੀਮੈਂਟ ਨਹੀਂ ਕੀਤਾ, ਕੋਈ ਟੈਸਟ ਨਹੀਂ ਇਹਨੇ ਕੀਤਾ ਇੰਟੈਲੀਜੈਂਸ ਦਾ। ਬਿਨਾਂ ਟੈਸਟ ਕੀਤੇ ਇਹਨੇ 9 ਤਰ੍ਹਾਂ ਦੀ ਬੁੱਧੀ ਦੇਤੀ। ਤੇ ਵਾਕਈ ਪੁਆਇੰਟ ਦੇ ਵਿੱਚ ਦਮ ਆ, ਹਨਾ। ਕੁਝ ਬੁੱਧੀਆਂ ਅੰਤਰ ਸੰਬੰਧਿਤ ਹੁੰਦੀਆਂ ਹਨ, ਕਿਉਂਕਿ ਹਾਵਰਡ ਗਾਰਡਨਰ ਕਹਿੰਦਾ ਕਿ ਬੁੱਧੀਆਂ ਅੰਤਰ ਸੰਬੰਧਿਤ ਨਹੀਂ ਹੁੰਦੀਆਂ। ਹਰ ਇੱਕ ਦੇ ਵੱਖ-ਵੱਖ ਬੁੱਧੀ ਹੁੰਦੀ ਆ, ਅੰਤਰ ਸੰਬੰਧਿਤ ਨਹੀਂ ਹੁੰਦੀਆਂ। ਪਰ ਰਾਬਰਟ ਸਟਰਨਬਰਗ ਕਹਿੰਦਾ ਕਿ ਬੁੱਧੀਆਂ ਅੰਤਰ ਸੰਬੰਧਿਤ ਹੁੰਦੀਆਂ ਆ। ਫਿਰ ਕਹਿੰਦਾ ਬੁੱਧੀ ਦਾ ਮਨਚਾਹਿਆ ਵਰਗੀਕਰਨ। ਕਹਿੰਦਾ ਇਹਨੇ ਨਾ, ਗਾਰਡਨਰ ਨੇ ਕਹਿੰਦਾ ਮਨਚਾਹਿਆ ਵਰਗੀਕਰਨ ਕਰਤਾ। ਜਿਹੋ ਜੀ ਬੁੱਧੀ ਇਹਨੇ ਬਣਾਉਣੀ ਚਾਹੀ ਉਹੋ ਜੀ ਬਣਾਤੀ, ਜੋ ਇਹਦੇ ਮਨ ਚ ਆਇਆ ਇਹਨੇ ਉਦਾਂ ਦੀਆਂ ਬੁੱਧੀ ਦੀਆਂ ਟਾਈਪ ਬਣਾਤੀਆਂ। ਇਹ ਰਾਬਰਟ ਸਟਰਨਬਰਗ ਕਹਿੰਦਾ ਗਾਰਡਨਰ ਦੁਆਰਾ ਪਰਿਭਾਸ਼ਿਤ ਬੁੱਧੀ ਪ੍ਰਤਿਭਾ ਹਨ, ਬੁੱਧੀ ਨਹੀਂ। ਸਧਾਰਨ ਬੁੱਧੀ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਮਤਲਬ ਕੀ ਕਹਿੰਦਾ ਜਿਹੜੀ ਇਹ 9 ਤਰ੍ਹਾਂ ਦੀ ਟਾਈਪ ਦੀ ਬੁੱਧੀ ਦੱਸੀ ਜਾਂਦਾ ਵਾ, ਇਹ ਬੁੱਧੀ ਨੀ ਗੀ, ਇਹ ਇੱਕ ਤਰ੍ਹਾਂ ਦੀ ਪ੍ਰਤਿਭਾ ਵਾ ਜਿਹੜੀ ਹਰ ਇੱਕ ਇਨਸਾਨ ਦੇ ਵਿੱਚ ਹੁੰਦੀ ਆ। ਕਹਿੰਦਾ ਇਹਨੂੰ ਆਪਾਂ ਇੰਟੈਲੀਜੈਂਸ ਨਹੀਂ ਕਹਿ ਸਕਦੇ। ਇਹ ਗਾਰਡਨਰ ਦੇ ਬਾਰੇ ਕਹਿੰਦਾ, ਕੌਣ? ਰਾਬਰਟ ਸਟਰਨਬਰਗ ਕਹਿੰਦਾ ਸਧਾਰਨ ਬੁੱਧੀ ਨੂੰ ਨਜ਼ਰਅੰਦਾਜ਼ ਕੀਤਾ ਗਿਆ। ਕਿਉਂਕਿ ਯਾਦ ਕਰੋ, ਜਦੋਂ ਆਪਾਂ ਇੰਟੈਲੀਜੈਂਸ ਦੀ ਸ਼ੁਰੂਆਤ ਕੀਤੀ ਸੀ, ਉਹਦੇ ਵਿੱਚ ਆਪਾਂ ਇੱਕ G ਫੈਕਟਰ ਤੇ ਇੱਕ S ਫੈਕਟਰ ਪੜ੍ਹੇ ਸੀ, ਜਨਰਲ ਤੇ ਸਪੈਸੀਫਿਕ। ਉਸ ਚੀਜ਼ ਨੂੰ ਬਿਲਕੁਲ ਇਗਨੋਰ ਕੀਤਾ ਗਾਰਡਨਰ ਨੇ। ਤੇ ਇਹ 3 ਤੋਂ 4 ਕਾਰਨ ਸੀਗੇ। ਰਾਬਰਟ ਸਟਰਨਬਰਗ ਨੇ ਇਹ 3 ਤੋਂ 4 ਕਾਰਨ ਦੇ ਕੇ ਇਹਨੇ ਆਲੋਚਨਾ ਕੀਤੀ ਸੀ ਇਸ ਥਿਊਰੀ ਦੀ। ਠੀਕ ਆ, ਤੇ ਇਹਦੇ ਨਾਲ ਹੀ ਸਾਡੀ ਇਹ ਹਾਵਰਡ ਗਾਰਡਨਰ ਦੀ ਥਿਊਰੀ ਫੁੱਲੀ ਕੰਪਲੀਟ ਹੁੰਦੀ ਆ। ਕਮੈਂਟ ਕਰਕੇ ਦੱਸਿਓ ਤੇ ਤੁਹਾਨੂੰ ਕਲਾਸ ਕਿਵੇਂ ਦੀ ਲੱਗੀ, ਤੇ ਕਮੈਂਟ ਕਰਕੇ ਇਹ ਵੀ ਦੱਸਣਾ ਕਿ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਵਿੱਚ ਕਿਹੜੀ ਇੰਟੈਲੀਜੈਂਸ ਪਾਈ ਜਾਂਦੀ ਆ। ਠੀਕ ਹੈ, ਤੇ ਇਹਦੀ PDF ਤੁਹਾਨੂੰ ਮਿਲੇਗੀ ਮੇਰੇ ਟੈਲੀਗ੍ਰਾਮ ਚੈਨਲ ਤੇ ਜੋ ਵੀ ਕਲਾਸ ਦੇ ਵਿੱਚ ਮੈਂ ਮਟੀਰੀਅਲ ਕਰਵਾਉਣੀ ਆ ਉਹਦੀ PDF ਪ੍ਰੋਵਾਈਡ ਮੈਂ ਕਰਦੀ ਆ ਆਪਣੇ ਟੈਲੀਗ੍ਰਾਮ ਚੈਨਲ ਤੇ। ਮੇਰੀ ਵੀਡੀਓ ਦਾ ਡਿਸਕ੍ਰਿਪਸ਼ਨ ਜ਼ਰੂਰ ਚੈੱਕ ਕਰਿਆ ਕਰੋ, ਉੱਥੇ ਤੁਹਾਨੂੰ ਮੇਰੇ ਟੈਲੀਗ੍ਰਾਮ ਚੈਨਲ ਦਾ ਲਿੰਕ ਮਿਲ ਜਾਊਗਾ ਤੇ ਤੁਸੀਂ ਸਿੱਧਾ ਹੀ ਉੱਥੇ ਕਲਿੱਕ ਕਰਕੇ ਮੇਰੇ ਚੈਨਲ ਤੇ ਜੁਆਇਨ ਹੋ ਜਾਓਗੇ। ਤੇ ਆਪਾਂ ਮਿਲਾਂਗੇ ਅਗਲੀ ਕਲਾਸ ਦੇ ਵਿੱਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।